ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੰਦੋ ਪਦ ਸ੍ਰੀ ਸਾਰਦਾ ਉਤਪਲ ਦਲ ਦੁਤ ਨੈਨ ਔਰਦਾ ਸਰਿਤਾ ਸੁਮਤ ਕੀ ਬੀਚੀ ਜਹ ਬਰਬੈਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਰਬੱਤੀ ਸੰਗਤਾਂ ਰਸਨਾ ਪਵਿੱਤਰ ਕਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਕਾਰਯੋਗ ਸਾਧ ਸੰਗਤ ਜੀ, ਆਓ ਲੜੀਵਾਰ ਦੀ ਵਾਣ ਮੁਤਾਬਕ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਆਰੰਭ ਹੋਣ ਲੱਗੀ ਹੈ। ਸਰਬ ਸੰਗਤਾਂ ਸੁਰਤੀਆਂ ਨੂੰ ਇਕਾਗਰ ਕਰ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਬੰਦੋ ਪਦ ਸ੍ਰੀ ਸਾਰਦਾ ਉਤਪਲ ਦਲ ਦੁਤ ਨੈਨ। ਸਤਿਕਾਰਯੋਗ ਸਾਧ ਸੰਗਤ ਜੀ, ਆਪ ਸੰਗਤਾਂ ਨੇ ਪਿਛਲੇ ਦੀ ਬਾਣ ਅੰਦਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਸੰਗ ਖੇਤੀ ਕਰਨ ਉਪਰੰਤ ਬ੍ਰਿਛ ਛਾਇਆ ਦਾ ਸਰਵਣ ਕੀਤਾ ਸੀ। ਅੱਜ ਨਾਨਕ ਪ੍ਰਕਾਸ਼ ਗ੍ਰੰਥ ਦਾ 12ਵਾਂ ਅਧਿਆਇ ਆਰੰਭ ਕਰਦੇ ਹੋਏ ਕਵੀ ਸਾਹਿਬ ਜੀ ਸ਼ਾਰਦ ਮੰਗਲ ਕਰਦੇ ਨੇ। ਦੋਹਰਾ ਬੰਦੋਂ ਪਦ ਸ੍ਰੀ ਸਾਰਦਾ ਉਤ ਪਲ ਦਲ ਦੁੱਤ ਨੈਨ। ਸ਼ਾਰਦਾ ਦਾ ਭਾਵ ਹੁੰਦਾ ਹੈ ਭਵਾਨੀ। ਸ਼ਾਰਦਾ ਦਾ ਭਾਵ ਹੁੰਦਾ ਹੈ ਸਰਸਵਤੀ। ਜੇ ਸੰਸਾਰ ਦੇ ਗਿਆਨ ਮੁਤਾਬਕ ਇਸ ਨੂੰ ਚੰਗੀ ਤਰ੍ਹਾਂ ਵਿਚਾਰੀਏ ਸੋਚੀਏ ਤਾਂ ਸ਼ਾਰਦਾ ਦਾ ਭਾਵ ਹੈ ਸਰਸਵਤੀ। ਸਰਸਵਤੀ ਦਾ ਭਾਵ ਹੈ, ਸਰਸਵਤੀ ਇੱਕ ਨਦੀ ਦਾ ਨਾਮ ਹੈ ਜਿਸ ਨਦੀ ਦੇ ਕੰਢੇ ਤੇ ਬੈਠ ਕਰਕੇ ਬੜੇ ਬੜੇ ਵੈਦਿਕ ਰਿਸ਼ੀ ਮੁਨੀ ਸੰਤ ਮਹਾਂਪੁਰਸ਼ਾਂ ਨੇ ਪਰਮਾਤਮਾ ਦੀ ਬੰਦਗੀ ਵਿੱਚ ਧਿਆਨ ਜੋੜਿਆ ਔਰ ਐਸਾ ਧਿਆਨ ਜੁੜਿਆ ਕਿ ਨਦੀ ਦੇ ਪਾਣੀ ਦੀ ਖਲਬਲਾਹਟ ਉਹਨਾਂ ਨੂੰ ਪਰਮਾਤਮਾ ਦੀ ਧੁਨੀ ਮਹਿਸੂਸ ਹੋਣ ਲੱਗ ਪਈ। ਨਦੀ ਦੇ ਕੰਢੇ ਬੈਠਿਆਂ ਉਸ ਪਾਣੀ ਦੀ ਸ਼ੀਤਲਤਾਈ, ਜਲ ਦੀ ਸ਼ੀਤਲਤਾਈ ਜਿਹੜੀ ਸੀ ਉਹ ਅੰਮ੍ਰਿਤ ਵਾਂਗ ਸਰੀਰ ਔਰ ਮਨ ਨੂੰ ਠਾਰਨ ਲੱਗ ਪਈ ਸੀ। ਮਾਈਂਡ ਉਹਨਾਂ ਦਾ, ਦਿਮਾਗ ਜਿਹੜਾ ਸੀ, ਉਹਨਾਂ ਦਾ ਮਗਜ ਜਿਹੜਾ ਸੀ, ਸਰੀਰ ਠੰਡਾ ਹੋਣ ਕਾਰਨ ਇਹ ਵੀ ਐਨ ਇੰਦਰੀਆਂ ਤੋਂ ਰਹਿਤ, ਸੋਚਾਂ ਵਿਚਾਰਾਂ ਤੋਂ ਰਹਿਤ ਪਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਹੁੰਦਾ ਸੀ। ਇਹ ਹੈ ਕਹਿੰਦੇ ਨੇ ਸਾਰਦਾ। ਇਹ ਸਰਸਵਤੀ ਨਦੀ ਦਾ ਇੱਕ ਐਸਾ ਕਮਾਲ ਹੈ। ਦੇਖੋ, ਆਪਾਂ ਵੀ ਜਲ ਦੀ ਐਸੀ ਪਵਿੱਤਰਤਾਈ ਔਰ ਐਸੀ ਸੂਚਮਤਾਈ ਤੇ ਐਸੀ ਉੱਚਤਾਈ ਹੈ ਕਿ ਜਿਤਨਾ ਚਿਰ ਰਾਤ ਉੱਠਣ ਤੋਂ ਬਾਅਦ ਅੰਮ੍ਰਿਤ ਵੇਲੇ ਉੱਠ ਕਰਕੇ ਮੂੰਹ ਨਾ ਧੋ ਲਈਏ, ਇਸ਼ਨਾਨ ਨਾ ਕਰ ਲਈਏ, ਉਤਨਾ ਚਿਰ ਸਰੀਰ ਜਿਹੜਾ ਉਹ ਪਿਛਲੇ ਸਮੇਂ ਨਾਲ ਜੁੜਿਆ ਹੋਣ ਕਰਕੇ ਸੁਸਤੀ ਵਿੱਚ ਹੁੰਦਾ ਹੈ। ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਵਿੱਚ ਫੁਰਤੀ ਆਉਂਦੀ ਹੈ ਔਰ ਆਲਸਤਾਈ ਦੂਰ ਹੁੰਦੀ ਹੈ। ਇਸ ਲਈ ਗੁਰੂ ਮਹਾਰਾਜ ਸਾਹਿਬ ਜੀ ਨੇ ਜਲ ਦੀ ਬੜੀ ਵਡਿਆਈ ਕੀਤੀ ਹੈ।
ਪ੍ਰਭਾਤ ਵੇਲੇ ਉੱਠ ਕਰਕੇ ਸਭ ਤੋਂ ਪਹਿਲਾਂ ਸ਼ੌਚ ਕਿਰਿਆ ਜਲ ਨਾਲ ਇਸ਼ਨਾਨ ਕਰਨ ਦਾ ਹੁਕਮ ਕੀਤਾ ਹੈ। ਝਾਲਾਂ ਖੇ ਉੱਠ ਨਾਮ ਜਪ ਨਿਸਬਾਸੁਰ ਆਰਾਧ ਕਾਰਹ ਤੁਝੈ ਨ ਵਿਆਪਈ ਨਾਨਕ ਮਿਟੈ ਉਪਾਧ। ਕਿ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨਾ, ਸ਼ੌਚ ਕਿਰਿਆ ਕਰਨ ਉਪਰੰਤ ਇਸ਼ਨਾਨ ਕਰ ਔਰ ਨਾਮ ਜਪਣਾ ਕਰ। ਪ੍ਰਭਾਤ ਵੇਲੇ ਉੱਠਣ ਦਾ ਔਰ ਜਲ ਦੇ ਨਾਲ ਇਸ਼ਨਾਨ ਕਰਨ ਦਾ ਇੱਕ ਬਹੁਤ ਗੂੜਾ ਸੰਬੰਧ ਹੈ। ਇਸ ਲਈ ਮਹਾਰਾਜ ਸਾਹਿਬ ਜੀ ਨੇ ਵਾਰ-ਵਾਰ ਹੁਕਮ ਕੀਤਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕੀਨੇ ਦਾਨਾ। ਇਸ਼ਨਾਨ ਕਰਕੇ ਸਰੀਰ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਇਸ ਲਈ ਜਲ ਦੀ ਬਹੁਤ ਵੱਡੀ ਵਡਿਆਈ ਹੈ। ਇਸ ਜਲ ਨਾਲ ਹੀ ਮਨੁੱਖ ਦੇ ਉਸ ਜਲ ਦਾ ਸੰਬੰਧ ਹੈ। ਜਲ ਕੀ ਭੀਤ ਪਵਨ ਕਾ ਥੰਬਾ ਰਖਤ ਬੁੰਦ ਕਾ ਗਾਰਾ। ਇਸ ਲਈ ਮਹਾਰਾਜ ਸਾਹਿਬ ਜੀ ਦੀ ਪਾਵਨ ਕਥਾ ਆਰੰਭ ਕਰਨ ਤੋਂ ਪਹਿਲਾਂ ਸਾਰਦਾ ਦਾ ਮੰਗਲ ਗਿਆਨੀ ਸੰਤੋਖ ਸਿੰਘ ਜੀ ਕਰਦੇ ਹਨ। ਬੰਦੋਂ ਪਦ ਸ਼੍ਰੀ ਸ਼ਾਰਦਾ ਉਤਪਲ ਦਲ ਦੁੱਤ ਨੈਣ। ਜੇ ਸ਼ਾਰਦਾ ਸਰਸਵਤੀ ਨਦੀ ਦੇ ਉਤਪਲ ਬੜੇ ਚੰਚਲਤਾਈ ਵਾਲੇ, ਨੈਣ ਸ਼ੀਤਲਤਾਈ ਵਾਲੇ ਹਨ। ਔਰ ਉਰਦਾ ਸਰਤਾ ਸੁਮਤ ਕੀ ਬੀਚੀ ਜਿਹੇ ਬਰ ਬੈਨ। ਕਹਿੰਦੇ ਨੇ ਕਿ ਹਿਰਦੇ ਦੀ ਉਦਾਰ ਹੈ ਇਹ ਨਦੀ, ਬਹੁਤ ਸ਼੍ਰੇਸ਼ਟ ਗੁਣਾਂ ਵਾਲੀ ਹੈ। ਜੋ ਇਸ ਦੇ ਕੰਢੇ ਤੇ ਬੈਠ ਕਰਕੇ ਕਵੀ ਦੇਵ ਜੀ ਕਹਿੰਦੇ ਨੇ ਕਿ ਤਪ ਕਰਦਾ ਰਿਹਾ ਹੈ, ਉਸ ਨੂੰ ਸ਼ਾਂਤੀ ਪ੍ਰਾਪਤ ਹੋਈ। ਤੇ ਸ਼ਾਂਤੀ ਪ੍ਰਾਪਤ ਜਿਸ ਨੂੰ ਹੋ ਗਈ ਤਿਸ ਨੂੰ ਪਰਮਾਰਥ ਦਾ ਮਾਰਗ ਪਤਾ ਚੱਲ ਗਿਆ ਔਰ ਪਰਮਾਤਮਾ ਦੇ ਨਾਲ ਉਹ ਇੱਕ ਮਿਕ ਹੋ ਗਿਆ। ਇਸ ਲਈ ਕਵੀ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਮੱਥਾ ਟੇਕਦਾ ਹਾਂ ਚਰਨਾਂ ਤੇ ਸਰਸਵਤੀ ਦੇ, ਜਿਹਦੇ ਨੈਣਾਂ ਦੀ ਸੁੰਦਰਤਾ ਕਮਲਾਂ ਦੀਆਂ ਪੰਖੜੀਆਂ ਵਰਗੀ ਹੈ ਔਰ ਹਿਰਦੇ ਰੂਪ ਥਲ ਵਿੱਚ ਸ਼੍ਰੇਸ਼ਟ ਬੁੱਧੀ ਦੀ ਨਦੀ ਦਾ ਪ੍ਰਵਾਹ ਜਾਰੀ ਕਰ ਦੇਣ ਵਾਲੀ ਹੈ। ਜਿਸ ਨਦੀ ਵਿੱਚ ਕਿ ਫੇਰ ਉੱਤਮ ਵਾਕਾਂ ਦੀਆਂ ਲਹਿਰਾਂ ਲਹਿਰਾਉਂਦੀਆਂ ਹਨ। ਜਦੋਂ ਲਹਿਰਾਉਂਦੀਆਂ ਹਨ ਤਾਂ ਚੁਲਬੁਲ ਹੁੰਦੀ ਹੈ, ਖੜਾਕ ਹੁੰਦਾ ਹੈ। ਉਹ ਖੜਾਕ ਦੀ ਧੁਨੀ ਐਸੀ ਕੰਨਾਂ ਨੂੰ ਵੱਜਦੀ ਹੈ ਕਿ ਇਉਂ ਮਹਿਸੂਸ ਹੁੰਦਾ ਹੈ ਭਗਤੀ ਕਰਨ ਵਾਲੇ ਨੂੰ ਕਿ ਇਹ ਪਰਮਾਤਮਾ ਦੀ ਧੁਨੀ ਹੈ, ਪਰਮਾਤਮਾ ਦੀ ਆਵਾਜ਼ ਹੈ। ਉਸ ਨਾਲ ਮਿਲਾਪ ਕਰਾਉਣ ਵਾਲਾ ਇੱਕ ਅਲੌਕਿਕ ਰਾਗ ਹੈ। ਇਸ ਲਈ ਕਵੀ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਕਥਾ ਆਰੰਭ ਕਰਨ ਤੋਂ ਪਹਿਲਾਂ ਐਸੇ ਸਰਸਵਤੀ ਨੂੰ ਨਮਸਕਾਰ ਕਰਦਾ ਹਾਂ। ਸ਼੍ਰੀ ਬਾਲਾ ਸੁੰਦਰ ਬਾਚ। ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਕੀ ਹਜ਼ੂਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਕਥਾ ਬਿਆਨ ਰਹੇ ਹਨ। ਚੌਪਈ ਪਾਵਸ ਕਰਤ ਬਿਲਾਸ ਬਿਤਾਈ। ਗੁਰੂ ਕੇ ਸਵਾਰਿਓ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਤਰ੍ਹਾਂ ਪਾਵਸ ਰੁੱਤ ਸਾਵਣ ਤੇ ਭਾਦਰੋਂ ਦਾ ਮਹੀਨਾ ਜਿਹੜਾ ਸੀ ਉਹ ਬਿਲਾਸ ਕਰਦਿਆਂ ਬਤੀਤ ਕੀਤਾ ਹੈ। ਬਹੁਰ ਨਵੀਨ ਅਪਰ ਰਿਤ ਆਈ। ਉਹਨਾਂ ਹੁਣ ਨਵੀਂ ਰੁੱਤ ਆ ਗਈ ਹੈ। ਸੁੰਦਰ ਸ਼ਰਦ ਸਾਰਦਾ ਮਾਨੋ। ਅਗਲੀ ਨਵੀਂ ਰੁੱਤ ਹੈ ਸਰਦੀ ਦੀ ਰੁੱਤ। ਕਹਿੰਦੇ ਨੇ ਕਿ ਅਗਲੀ ਸੁੰਦਰ ਰੁੱਤ ਸਾਵਣ ਭਾਦਰੋਂ ਬਤੀਤ ਹੋਣ ਤੋਂ ਬਾਅਦ ਸਰਦ ਰੁੱਤ ਦਾ ਭਾਵ ਹੈ ਅੱਸੂ ਤੇ ਕੱਤੇ। ਕਾਫੀ ਠੰਡ ਹੁੰਦੀ ਹੈ, ਸੀਤਤਾਈ ਵਾਲੇ ਇਹ ਮਹੀਨੇ ਤੇ ਰੁੱਤ ਹੁੰਦੀ ਹੈ। ਕਵੀ ਦੇਵ ਜੀ ਕਹਿੰਦੇ ਨੇ ਕਿ ਇਹ ਬੜੀ ਸੁੰਦਰ ਮਨਮੋਹਕ ਰੁੱਤ ਜਿਹੜੀ ਧਰਤੀ ਤੇ ਆ ਗਈ ਹੈ। ਬਦਨ ਚੰਦਰਮਾ ਬਿਮਲ ਪਛਾਨੋ। ਹੁਣ ਕਹਿੰਦੇ ਨੇ ਕਿ ਸਾਰੇ ਬੱਦਲ ਜਿਹੜੇ ਉਹ ਚਲੇ ਗਏ। ਸੁੰਦਰ ਸ਼ਰਦ ਸਾਰਦਾ ਮਾਨੋ, ਬੜੀ ਸੁੰਦਰ ਸ਼ਾਰਦਾ ਰੂਪ ਸੀਤਤਾਈ ਰੂਪ ਇਹ ਰੁੱਤ ਆਈ ਹੈ। ਬਦਨ ਚੰਦਰਮਾ ਬਿਮਲ ਪਛਾਨੋ। ਚੰਦਰਮਾ ਦਾ ਇਸ ਰੁੱਤ ਵਿੱਚ ਬਦਨ ਮੁਖੜਾ ਹੈ। ਚੰਦਰਮਾ ਭਾਵ ਚੰਦਰਮਾ ਚੰਦ ਦਾ ਚਿਹਰਾ। ਬਿਮਲ ਦਾ ਭਾਵ ਹੈ ਕਿ ਮੈਲ ਤੋਂ ਰਹਿਤ। ਪਛਾਨੋ ਦਾ ਭਾਵ ਹੈ ਜਾਣ ਨਾ ਕਰੋ। ਕਹਿੰਦੇ ਨੇ ਕਿ ਚੰਦਰਮਾ ਦਾ ਜਿਹੜਾ ਮੁਖੜਾ ਹੈ ਨਾ ਹੋਰ ਸਾਰੀਆਂ ਰੁੱਤਾਂ ਵਿੱਚ
ਕਿਸੇ ਰੁੱਤ ਵਿੱਚ ਕਾਲਾ ਹੋ ਜਾਂਦਾ ਹੈ ਤੇ ਪਾਵਸ ਰੁੱਤ ਵਿੱਚ ਬੱਦਲਾਂ ਦੀ ਕਾਲਤ ਜਾਂ ਹੋਰ ਬੱਦਲ ਅੱਗੇ ਪਾਣੀ ਦੇ ਭਰੇ ਆਉਣ ਕਰਕੇ ਦਾਗੀ ਹੋ ਜਾਂਦਾ ਹੈ। ਪਰ ਸਰਦ ਰੁੱਤ ਵਿੱਚ ਇਹ ਚੰਦਰਮਾ ਦਾ ਮੂੰਹ ਜਿਹੜਾ ਬਿਲਕੁਲ ਹੀ ਚਿੱਟਾ ਹੋ ਜਾਂਦਾ ਹੈ। ਮੰਨ ਲਓ ਸ਼ਾਰਦਾ ਨੇ, ਸਰਸਵਤੀ ਨੇ ਅੰਬਰ ਬਰ ਨੀਲਾਂਬਰ ਲੀਨਾ, ਸਾਰਾ ਆਕਾਸ਼ ਨੀਲਾ ਹੀ ਨੀਲਾ ਹੋ ਜਾਂਦਾ ਹੈ। ਮਹਾਰਾਜ ਸਾਹਿਬ ਜੀ ਨੇ ਤਾਂ ਹੀ ਨੀਲੰਬਰ ਨੂੰ ਬੜੀ ਭਾਰੀ ਉਪਮਾ ਦਿੱਤੀ ਹੈ ਨਾ। ਭਾਈ ਗੁਰਦਾਸ ਜੀ ਨੇ ਕਥਨ ਕੀਤਾ, ਤਾਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸੇ ਸਰੂਪ ਨੂੰ, ਇਸੇ ਨੀਲ ਬਸਤਰ ਨੂੰ ਹੀ ਮੁਖਤਾਈ ਦਿੱਤੀ ਤੇ ਸਾਹਿਬ ਬਾਬਾ ਫਤਿਹ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੇਰਾ ਪੰਥ ਐਸਾ ਚੱਲੇਗਾ ਜੋ ਰਹਿੰਦੀ ਦੁਨੀਆ ਤੱਕ ਅਟਲ ਰਹੇਗਾ। ਇਉਂ ਪ੍ਰਗਟੇ ਸਿੰਘ ਭੁਜੰਗੀ ਹੈ ਨੀਲੰਬਰ ਧਾਰੀ। ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ ਕਿ ਇਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਾਵਨ ਬਖਸ਼ਿਸ਼ ਦੇ ਨਾਲ ਨੀਲੰਬਰ ਧਾਰੀ ਨਿਹੰਗ ਸਿੰਘ ਭੁਜੰਗੀ ਸਿੰਘ ਜਿਹੜੇ ਆਪਣੇ ਧਰਮ ਦੀ ਰੱਖਿਆ ਕਰਨ ਵਾਲੇ ਤਿਆਰ ਬਰ ਤਿਆਰ ਜੰਗੀ ਜਹਾਜੂ ਸੂਰਮੇ ਜਿਹੜੇ ਉਹ ਪ੍ਰਗਟ ਹੋਏ, ਇਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਸੀ। ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਦਾ ਸਵਰੂਪ ਆਪ ਨਜ਼ਰੀ ਡਿੱਠਾ ਔਰ ਉਹੋ ਹੀ ਸਰੂਪ ਇਸ ਨੀਲੰਬਰ ਧਾਰੀ ਖਾਲਸੇ ਨੂੰ ਬਖਸ਼ਿਸ਼ ਕੀਤਾ। ਕਿਉਂ ਸਾਰਾ ਆਕਾਸ਼ ਜਿਹੜਾ ਹੈ ਮੈਲ ਤੋਂ ਰਹਿਤ ਜਦ ਹੋ ਜਾਂਦਾ ਹੈ ਤੇ ਇਸ ਦਾ ਰੰਗ ਜਿਹੜਾ ਹੈ ਉਹ ਨੀਲਾ ਹੈ। ਨੀਲਾ ਹੋਣ ਕਰਕੇ ਇਉਂ ਮਹਿਸੂਸ ਹੁੰਦਾ ਹੈ ਅੰਬਰ ਬਰ ਨੀਲੰਬਰ ਲੀਨਾ। ਇਹ ਸਰਸਵਤੀ ਨੇ ਜਾਂ ਆਕਾਸ਼ ਜਾਂ ਅਕਾਲ ਪੁਰਖ ਨੇ ਨੀਲੰਬਰ ਰੰਗ ਦਾ, ਨੀਲੇ ਰੰਗ ਦਾ ਬਸਤਰ ਆਪਣੇ ਉੱਪਰ ਲੈਣਾ ਕੀਤਾ ਹੈ। ਜਾ ਕੇ ਸ਼ੁਭਤ ਪਇਓ ਧਰਲ ਪੀਨਾ। ਹੁਣ ਕਹਿੰਦੇ ਨੇ ਕਿ ਸ਼ਾਰਦਾ ਦਾ ਇਹ ਮੰਗਲ ਕਰਦੇ ਹੋਏ ਭਾਵ ਉਸ ਦੀ ਉਪਮਾ ਦਿੰਦੇ ਹੋਏ ਕਥਨ ਕਰਦੇ ਨੇ ਕਿ ਜਾਂ ਇਉਂ ਮੰਨ ਲਓ ਕਿ ਸਰਸਵਤੀ ਨੇ ਨੀਲਾ ਵਸਤਰ ਪਹਿਨਿਆ ਹੋਇਆ ਹੈ, ਫਿਰ ਜਾ ਕੇ ਸ਼ੁਭਤ ਪਇਓਧਰ ਪੀਨਾ, ਪਇਓਧਰ ਅਸਥਨਾ ਨੂੰ ਕਹਿੰਦੇ ਨੇ। ਤੇ ਜਿਹੜੇ ਇਸ ਵਿੱਚ ਥੋੜੇ ਥੋੜੇ ਚਿੱਟੇ ਚਿੱਟੇ ਬੱਦਲ ਹੁੰਦੇ ਹਨ, ਇਹ ਮੰਨ ਲਓ ਉਸਦੇ ਪਇਓਧਰ ਹਨ, ਅਸਥਨ ਹਨ। ਤੇ ਉਡਗਣ ਜਿਹੜੇ ਤਾਰੇ ਹਨ, ਇਹ ਮੰਨ ਲਓ ਇਸ ਆਕਾਸ਼ ਵਿੱਚ ਗਹਿਣਿਆਂ ਦੀ ਜੜਤ ਹੋਈ ਹੈ, ਭਾਵ ਗਹਿਣੇ ਪਹਿਰੇ ਹੋਏ ਹਨ। ਲਲਿਤ ਮਰਾਲੰਗ ਪਾਵਨ ਪਾਉ। ਤੇ ਜਿਹੜੇ ਨਿਰਮਲ ਚਿੱਟੇ ਉਜਵਲ ਹੰਸ ਹਨ, ਇਹ ਕਹਿੰਦੇ ਨੇ ਕਿ ਉਸ ਦੇ ਪੈਰ ਹਨ, ਚਿੱਟੇ ਹਨ। ਕਹਿੰਦੇ ਨੇ ਕਿ ਜਿਹੜੇ ਕਮਲ ਹਨ, ਮਿਰਦੁਲ ਕਮਲ ਕਰ ਦਾ ਭਾਵ ਹੈ ਹੱਥ, ਜਿਹੜੇ ਚਿੱਟੇ ਕਮਲ ਹਨ ਇਹ ਉਸ ਦੇ ਹੱਥ ਹਨ। ਕਹਿੰਦੇ ਨੇ ਕਿ ਚੰਦਰਿਕਾ ਰੂਰੀ, ਚੰਦਰਮਾ ਦੀ ਜਿਹੜੀ ਚਾਨਣੀ ਹੈ ਨਾ, ਇਹ ਉਸ ਦੀ ਉਜਲਤਾ ਵਾਲੀ ਦੇਹ ਹੈ, ਸਰੂਪ ਹੈ। ਕਮਤੀ ਕਰਤ ਤਪਤ ਸੀ ਕੁਮਤੀ। ਕਮਤੀ ਕਰਤ ਤਪਤ ਸੀ ਕੁਮਤੀ। ਕਹਿੰਦੇ ਨੇ ਕਿ ਘਟ ਕਰਦੀ ਹੈ ਤਪਤ ਵਰਗੀ ਬੁੱਧੀ ਨੂੰ, ਜਿਹੜੀ ਤਪਦੀ ਹੈ ਨਾ ਬੁੱਧੀ, ਉਸ ਤਪਦੀ ਬੁੱਧੀ ਨੂੰ ਇਹ ਚਾਨਣੀ ਸੀਤਲਤਾਈ ਜਿਹੜੀ ਉਹ ਘੱਟ ਕਰਦੀ ਹੈ। ਸਦਾ ਵਧਾਵਤ ਸੀਤਲ ਸੁਮਤੀ। ਬਸ ਸਦਾ ਹੀ ਕਹਿੰਦੇ ਨੇ ਕਿ ਸ਼੍ਰੇਸ਼ਟ ਮਤ ਵਧਾਉਂਦੀ ਹੈ। ਘਰ ਘਰ ਪਿਤਰ ਭਰਾ ਹੁਣ ਆਏ। ਘਰਾਂ ਘਰਾਂ ਵਿੱਚ ਪਾਵਸ ਰੁੱਤ ਦੇ ਬਤੀਤ ਹੋ ਜਾਣ ਤੇ ਸਿਆਲ ਰੁੱਤ ਆਉਣ ਤੇ ਘਰਾਂ ਘਰਾਂ ਵਿੱਚ ਪ੍ਰਾਹੁਣੇ ਆ ਗਏ। ਬਾਰਿਸ਼ ਜਦੋਂ ਖਤਮ ਹੋ ਜਾਂਦੀ ਹੈ ਨਾ ਤੇ ਮਾਂ ਨੂੰ ਬੱਚੇ ਕਹਿੰਦੇ ਨੇ ਕਿ ਮਾਂ ਨਾਨਕੇ ਜਾਣਾ ਹੀ ਹੋ, ਨਾਨੀ ਮਾਂ ਨੂੰ ਮਿਲਣ ਜਾਣਾ ਹੈ, ਨਾਨੇ ਨੂੰ ਦੇਖਣਾ ਹੈ, ਮਾਮਿਆਂ ਦੇ ਕੋਲ ਜਾਣਾ ਹੈ। ਔਰ ਫਿਰ ਪਰਿਵਾਰਾਂ ਦੇ ਪਰਿਵਾਰ ਜਿਹੜੇ ਆਪੋ ਆਪਣੇ ਨਾਨਕਿਆਂ ਨੂੰ ਪ੍ਰਾਹੁਣੇ ਬਣ ਕੇ ਚੱਲ ਪੈਂਦੇ ਹਨ, ਜਾਂ ਮਿੱਤਰ ਮਿੱਤਰਾਂ ਦੇ ਕੋਲ ਜਾਂਦੇ ਹਨ, ਜਾਂ ਸੰਬੰਧੀ ਸੰਬੰਧੀਆਂ ਕੋਲ ਜਾਂਦੇ ਹਨ। ਇਉਂ ਕਹਿੰਦੇ ਨੇ ਕਿ ਇਸ ਰੁੱਤ ਵਿੱਚ ਸਾਰੇ ਪਰਿਵਾਰ ਸੰਬੰਧੀ ਜਿਹੜੇ ਪ੍ਰਾਹੁਣੇ ਬਣ ਕੇ ਇੱਕ ਦੂਸਰੇ ਘਰਾਂ ਵਿੱਚ ਆਉਣ ਲੱਗ ਪਏ ਹਨ। ਹੁਣ ਪੰਥੀ ਜਿਹੜੇ ਪਾਵਸ ਰੁੱਤ ਵਿੱਚ ਮੋਹਲੇ ਧਾਰਮੀ ਦੀ ਵਰਖਾ ਹੋਣ ਕਰਕੇ ਜਿਹੜੇ ਰਾਹੀ ਵਪਾਰੀ ਸਨ, ਕੰਮਾਂ ਕਾਰਜਾਂ ਵਾਲੇ ਹਲਕਾਰੇ ਸਨ, ਜੋ ਖੜੇ ਹੋ ਗਏ ਸਨ, ਉਹ ਸਾਰੇ ਹੀ ਰਾਹੇ ਚੱਲ ਪਏ ਹਨ। ਕਹਿੰਦੇ ਨੇ ਕਿ ਸਮੇਂ ਅਨੁਸਾਰ ਕਵੀ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ
ਕਿ ਪੂਜਾ ਕੀਤੀ ਹੈ ਕਿਹਦੀ? ਕਹਿੰਦੇ ਨੇ ਕਿ ਪਾਏ ਤਾਂ ਚੰਡ ਗਣੇਸ਼ਾ, ਲక్ష్ਮੀ ਦੇਵੀ ਦੀ, ਚੰਡੀ ਦੇਵੀ ਦੀ, ਗਣੇਸ਼ ਭਗਵਾਨ ਦੀ ਪੂਜਾ ਕੀਤੀ ਹੈ। ਕਹਿੰਦੇ ਨੇ ਕਿ ਇਹਨਾਂ ਚੰਡੀ ਨੂੰ ਪੂਜ ਕਰਕੇ ਜਿਹੜੇ ਵੈਰੀ ਰਾਜੇ ਉਹ ਆਪਣੇ ਵੈਰੀ ਦੇਸ਼ ਉੱਪਰ ਇਹਨਾਂ ਰੁੱਤਾਂ ਵਿੱਚ ਹੀ ਜ਼ਿਆਦਾਤਰ ਚੜ੍ਹਾਈ ਕਰਦੇ ਹਨ, ਕਿਉਂਕਿ ਇਹ ਰੁੱਤ ਐਸੀ ਹੈ ਕਿ ਪਿਆਸ ਘੱਟ ਲੱਗਦੀ ਹੈ, ਭੁੱਖ ਵੀ ਘੱਟ, ਰਾਤਾਂ ਲੰਬੇਰੀਆਂ ਹੋਣ ਕਰਕੇ ਸਾਰਾ ਸਫ਼ਰ ਦੂਰੋਂ ਤੈਅ ਕਰਕੇ ਵੈਰੀ ਦੇਸ਼ ਦੇ ਰਾਤੋਂ ਰਾਤ ਨੇੜੇ ਫੌਜਾਂ ਚਲੇ ਜਾਂਦੀਆਂ ਹਨ। ਕਈ ਗੁਣ ਹਨ ਇਸ ਰੁੱਤ ਵਿੱਚ, ਇਸ ਲਈ ਜ਼ਿਆਦਾਤਰ ਜਿਹੜੇ ਵੈਰੀ ਉਹ ਇਹਨਾਂ ਰੁੱਤਾਂ ਵਿੱਚ ਵੀ ਵੇਖੋ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉੱਪਰ ਜਦੋਂ ਪਹਿਲੀ ਵਾਰ ਅਨੰਦਪੁਰ ਸਾਹਿਬ ਹਮਲਾ ਕੀਤਾ ਗਿਆ ਸੀ, ਉਦੋਂ ਵੀ ਸਿਆਲ ਰੁੱਤ ਸੀ। ਫਿਰ ਕਈ ਮਹੀਨੇ ਘੇਰਾ ਪਾਉਣ ਤੋਂ ਬਾਅਦ ਜਦ ਹਮਲਾ ਕੀਤਾ ਗਿਆ, ਉਸ ਵਕਤ ਪੋਹ ਦੀਆਂ ਗੁਰੂ ਕੇ ਪਿਆਰਿਓ ਕੜਕਦੀਆਂ ਸਰਦੀਆਂ ਦੇ ਦਿਨ ਸਨ, ਭਾਵ ਕਿ ਸਿਆਲ ਰੁੱਤ ਜਿਹੜੀ ਹੈ ਵੈਰੀ ਰਾਜਿਆਂ ਵਾਸਤੇ ਅਤ ਚੰਗੀ ਮੰਨੀ ਗਈ। ਇਸ ਕਰਕੇ ਕਵੀ ਸਾਹਿਬ ਜੀ ਕਹਿੰਦੇ ਨੇ ਕਿ ਚੰਡੀ ਦੇਵੀ ਦੀ ਪੂਜਾ, ਗਣੇਸ਼ ਦੀ ਪੂਜਾ ਕਰਕੇ ਰਿਪ ਦੇਸ਼ਨ ਪਰ ਚੜ੍ਹੇ ਨਰੇਸ਼ਾ, ਜਿਹੜੇ ਰਾਜੇ ਉਹ ਵੈਰੀ ਦੇਸ਼ਾਂ ਉੱਪਰ ਚੜ੍ਹਾਈ ਕਰ ਚੱਲੇ ਹਨ। ਕਹਿੰਦੇ ਨੇ ਕਿ ਸਾਰੇ ਬੱਦਲ ਚਿੱਟੇ ਹੋ ਗਏ, ਜਲ ਤੋਂ ਬਗੈਰ ਹੋ ਗਏ ਹਨ। ਇਉਂ ਹੋ ਗਿਆ ਜਿਵੇਂ ਕਹਿੰਦੇ ਨੇ ਕਿ ਸਰੀਰ ਉੱਪਰੋਂ ਉਮਰ ਬਤੀਤ ਹੋ ਜਾਂਦੀ ਹੈ ਨਾ, ਤੇ ਬਲ ਤੋਂ ਹੀਣਾ ਇਨਸਾਨ ਹੋ ਜਾਂਦਾ ਹੈ। ਜਵਾਨੀ ਬਤੀਤ ਹੋਣ ਤੇ ਬਲ ਤੋਂ ਹੀਣਾ ਸਰੀਰ ਮਨੁੱਖ ਹੋ ਜਾਂਦਾ ਹੈ ਨਾ, ਇਉਂ ਨਾਸੇ ਅਲਪ ਜੰਤ ਜੇ ਰਾਸੀ। ਕਹਿੰਦੇ ਨੇ ਕਿ ਬਲ ਤੋਂ ਹੀਣਾ ਸਭ ਕੁਝ ਹੋ ਗਿਆ ਹੈ, ਛੋਟੇ ਸਾਰੇ ਜੀਵਾਂ ਜੰਤ ਜਿਹੜੇ ਇਉਂ ਨਾਸ ਹੋ ਗਏ ਹਨ, ਜਿਵੇਂ ਇੰਦਰੇ ਠੰਡੇ ਪੈ ਜਾਂਦੇ ਹਨ। ਜਿਸ ਤਰ੍ਹਾਂ ਮੰਨ ਲਓ ਕਿ ਗਿਆਨੀਆਂ ਦੀ ਵਾਸ਼ਨਾ ਵਿਨਾਸ਼ ਹੋ ਗਈ ਤੇ ਉਹ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਏ ਹਨ। ਸੁੰਦਰ ਸੁਖ ਮੰਦਰ ਪ੍ਰਭੂ ਆਨੰਦ ਸਦਾ ਮਕੰਦ। ਦੋਹਰਾ ਕਵੀ ਸਾਹਿਬ ਜੀ ਕਥਨ ਕਰਦੇ ਨੇ ਕਿ ਸੁੰਦਰ ਸੁਖ ਮੰਦਰ ਪ੍ਰਭੂ ਆਨੰਦ ਸਦਾ ਮੁਕੰਦ। ਸੁੰਦਰਤਾਈ ਦੇ ਘਰ, ਮੁਕਤੀ ਦੇ ਦਾਤੇ, ਸਦਾ ਹੀ ਆਨੰਦ ਮਾਣਨ ਵਾਲੇ ਗੁਰੂ ਨਾਨਕ ਦੇਵ ਜੀ। ਅੰਤਰਮੁਖ ਬ੍ਰਿਤ ਸਰਦ ਮੈਂ ਕੀਨੀ ਬਹੁ ਜਗਬੰਦ। ਐਸੇ ਰੁੱਤ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਗਤ ਦੇ ਬੰਧਨ ਕਰਨੇ ਯੋਗ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਬਿਰਤੀ ਅੰਤਰਮੁਖੀ ਕਰ ਲਈ ਹੈ। ਚੌਪਈ ਤਹ ਪਾਛੇ ਬੇਦੀ ਕੁਲ ਕੇਤਾ। ਉਸ ਵਕਤ ਕਹਿੰਦੇ ਨੇ ਕਿ ਬੇਦੀ ਦੇ ਨਿਸ਼ਾਨ ਧੁਜਾ ਗੁਰੂ ਨਾਨਕ ਦੇਵ ਜੀ। ਬਸ ਕਹਿੰਦੇ ਨੇ ਕਿ ਖੇਤੀ ਤੇ ਬ੍ਰਿਸ਼ ਛਾਇਆ ਤੋਂ ਬਾਅਦ ਮਹਾਰਾਜ ਸਾਹਿਬ ਜੀ ਬਸ ਇੱਕੇ ਥਾਂ ਜਿੱਥੇ ਚਿੱਤ ਕਰਦਾ ਉੱਥੇ ਲੇਟੇ ਰਹਿੰਦੇ ਹਨ। ਸੰਤ ਸਮਾਤ ਜਹ ਸੁਨਹਿ ਬਿਲੋਕ ਹੈ। ਕਹਿੰਦੇ ਨੇ ਕਿ ਜਿੱਥੇ ਸੰਤ ਸਮਾਜ ਆਇਆ ਸੁਣਦੇ ਹਨ, ਸੰਤ ਸੁਮਤ ਜਿਹੇ ਸੁਨਹਿ ਬਿਲੋਕ ਜਾਂ ਦੇਖਦੇ ਹਨ, ਉੱਥੇ ਕਹਿੰਦੇ ਨੇ ਕਿ ਆਪਣਾ ਘਰ ਛੱਡ ਕਰਕੇ ਕਦੇ ਕਦੇ ਉਹਨਾਂ ਸੰਤ ਮੰਡਲੀ ਵਿੱਚ ਮਿਲਣ ਵਾਸਤੇ ਭਜਨ ਬੰਦਗੀ ਕਰਨ ਔਰ ਆਪਣਾ ਸਿੱਖੀ ਪ੍ਰਚਾਰ ਕਰਨ, ਪਰਮਾਰਥ ਦਾ ਸੱਚਾ ਰਾਸਤਾ ਦਿਖਾਉਣ ਵਾਸਤੇ ਚਲੇ ਜਾਂਦੇ ਹਨ। ਸਦਾ ਸੰਤਨ ਕੀ ਸੰਗਤ। ਸਦਾ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਸੰਤਾਂ ਦੀ ਸੰਗਤ ਕਰਦੇ ਹਨ। ਬੈਠੋ ਅਗਿਆਨ ਪੰਗਤ। ਅਗਿਆਨੀਆਂ ਦੀ ਪੰਗਤ ਜਿਹੜੀ ਉਹ ਨਹੀਂ ਬੈਠਦੇ, ਜਿਸ ਦੇ ਕੋਲ ਬੈਠਦੇ ਉਸ ਨੂੰ ਵੀ ਹੁਕਮ ਕਰਦੇ ਕਿ ਭਾਈ